कैसे मॉडल समझना है ये ਹੁੰਦਾ ਕੀ ਹੁਣ ਦੇਖੋ ਇਹ ਚਾਰ ਕਨਸੈਪਟ ਹੈ ਜਿਹਦੇ ਥਰੂ ਅੱਜ ਦੇ ਟਾਈਮ ਤੱਕ ਆਪਾਂ ਮਨੀ ਅਰਨ ਕਰ ਰਹੇ ਹਾਂ ਠੀਕ ਹੈ ਇੱਕ ਤਰ੍ਹਾਂ ਦਾ ਸੋਰਸ ਹੈ ਜਿੱਥੋਂ ਆਪਾਂ ਪੈਸਾ ਕਮਾ ਸਕਦੇ ਹਾਂ ਠੀਕ ਹੈ ਦੇਖੋ ਮੰਨਦੇ ਵੀ ਹਾਂ ਤੇ ਦੇਖੋ ਜਿਹੜਾ ESG ਮॉडल ਹੈ ਇਹ ਕਨਸੈਪਟ ਲਿਆ ਗਿਆ ਰਿਚਰਡ ਪੂਅਰ ਦੀ ਬੁੱਕ ਦੇ ਵਿੱਚ ਠੀਕ ਹੈ ਇਹ ਇੱਕ ਬੈਸਟ ਸੈਲਿੰਗ ਬੁੱਕ ਆ ਜਿਹੜੀ ਕਿ ਅੱਜ ਦੇ ਟਾਈਮ ਦੇ ਵਿੱਚ ਮਨੀ ਦੇ ਉੱਪਰ ਬਹੁਤ ਜ਼ਿਆਦਾ ਸੈਲ ਹੋ ਰਹੀ ਹੈ ਠੀਕ ਹੈ ਲੋਕੀ ਇਹ ਬੁੱਕਸ ਨੂੰ ਰੀਡ ਆਊਟ ਕਰਦੇ ਨੇ ਅਨਵੇਖਦੇ ਆ ਵੀ ਕਿਸ ਤਰ੍ਹਾਂ ਆਪਾਂ ਕਰ ਸਕਦੇ ਹਾਂ ਕੰਮ ਠੀਕ ਹੈ ਦੈਨ ਬਹੁਤ ਵਧੀਆ ਬੁੱਕ ਹੈ ਮੈਂ ਖੁਦ ਰੀਡ ਕਰੀ ਹੈਗੀ ਇਹਦੇ ਵਿੱਚ ਕੈਟਰੇਸ ਬਾਰੇ ਦੱਸਿਆ ਗਿਆ ਹੈ ਲੋਕੀ ਕਿਸ ਤਰ੍ਹਾਂ ਆਪਣਾ ਦਿਮਾਗ ਲਗਾ ਕੇ ਕੰਮ ਕਰਦੇ ਆ ਕਿਸ ਤਰ੍ਹਾਂ ਨਹੀਂ ਕਰਦੇ ਹਨ ਵੀ ਆਪਾਂ ਅੱਜ ਦੇ ਟਾਈਮ 'ਚ ਕਿੱਥੇ ਕਰ ਰਹੇ ਹਾਂ ਦੈਨ ਉਸ ਤੋਂ ਬਾਅਦ ਇਹਨਾਂ ਨੇ ਬੁੱਕ ਵੀ ਹੋਰ ਵੀ ਦਿੱਤੀ ਸੀ ਠੀਕ ਹੈ ਕੋਈ 21st ਸੈਂਚੁਰੀ ਠੀਕ ਹੈ ਇਹ ਦੋਨੋਂ ਬੁੱਕਸ ਨੇ ਜਿਹੜੀ ਬਹੁਤ ਜ਼ਿਆਦਾ ਅੱਜ ਦੇ ਟਾਈਮ ਸੈਲ ਹੋ ਰਹੀਆਂ ਠੀਕ ਹੈ ਦੈਨ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਪਣੀ ਮੇਨ ਟੌਪਿਕ ਦੇ ESG ਮॉडल ਇਹ ਹੁੰਦਾ ਕੀ ਹੈ ਇਹ मतलब एम्प्लॉय ठीक है बी मतलब बिजनेसमैन ओके आई मतलब इन्वेस्टर एस सेल्फ एम्प्लॉय ओके वो तो तुम्हें पहले इन्होंने बारे कभी पता होगा तुझे सुनया होगा ठीक है देखो एम्प्लॉय कौन होता है ये होता है एक जॉब होल्डर ठीक है जॉब होल्डर कौन होता है हम जो गल करी जाए एक पर्सन वो होता है जो बॉस के नीचे काम करता है ठीक है हुण जे आप जॉब की फुल फॉर्म देखी होगी ज्वाइन अदर बिजनेस मतलब किसी होर के नीचे जाकर ज्वाइन होना ठीक है हम जब आप जॉब में अपोजिट पढ़िए BOJ बोझ एक तरह का हैड है सिरदर्दी एक तरह की ठीक है बॉस ने बुलाया है 9 to 5 ਤੇ ਜਾਣਾ ਹੀ ਪਵੇਗਾ ਜੇ ਇੱਕ ਦਿਨ ਦੀ ਹਾਫ ਡੇ ਦੀ ਛੁੱਟੀ ਹੋ ਰਹੀ ਆ ਉਹਨੂੰ ਕੋਈ ਪੇ ਨਹੀਂ ਮਿਲਣੀ ਓਕੇ ਹੋਪ ਯੂ ਅੰਡਰਸਟੈਂਡ ਦੇਖੋ ਮੈਂ ਥੋੜਾ ਐਕਸਪਲੇਨ ਕਰ ਦਿਆਂ ਕਹਿੰਦੇ ਇਹਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ ਹੈਗੀ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਇਨਵੈਸਟਮੈਂਟ ਆਈ ਥਿੰਕ ਹੈਗੀ ਕਿਦਾਂ ਆਪਾਂ ਪਲੱਸ 2 ਕਰਦੇ ਹਾਂ ਗ੍ਰੈਜੂਏਟ ਹੋਈ ਆ ਠੀਕ ਹੈ ਹੁਣ ਇਹ ਕਿਦਾਂ ਖਰਚਾ ਆ ਰਿਹਾ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਾਂ ਮਤਲਬ ਕਿ ਮੇਰਾ ਇੱਕ ਸਮੈਸਟਰ ਦਾ 16000 ਰੁਪਏ ਜਾਂਦਾ ਆ ਸਿਰਫ ਕਾਲਜ ਫੀਸ ਵਿਦਆਊਟ ਯੂਨੀਵਰਸਿਟੀ ਹੈ ਪ੍ਰਾਈਵੇਟ ਕਾਲਜ ਦੈਨ ਫੁੱਲ ਸਾਲ ਦਾ ਇਹਦਾ 3000 ਰੁਪਏ ਦਿੰਦੇ ਆ ਠੀਕ ਹੈ ਇੱਕ ਪਰਸਨ ਤੋਂ ਇੱਕ ਜੌਬ ਮਾਈਂਡਸੈਟ ਹੈ ਵੈਸੇ ਬਟ ਜੇ ਦੇਖੀਏ ਆਪਾਂ ਤੇ ਇਨਵੈਸਟ ਕਰ ਰਹੇ ਹਾਂ ਨਾ ਆਪਾਂ ਨੂੰ ਮਿਲ ਕੀ ਰਿਹਾ ਮਤਲਬ ਰਿਟਰਨ ਦੇ ਵਿੱਚ ਆਪਾਂ ਨੂੰ ਪਤਾ ਹੈ ਆਪਾਂ ਕਾਲਜ ਤੋਂ ਕਿੰਨੀ ਕੁ ਸਟੱਡੀ ਲੈ ਰਹੇ ਹਾਂ ਕਿੰਨਾ ਕਾਲਜ ਜਾਂਦੇ ਆ ਕਿੰਨਾ ਕੁ ਜਗ੍ਹਾ ਪੜ੍ਹਦੇ ਆ ਇਹ ਚੀਜ਼ ਆਪਾਂ ਨੂੰ ਕਲੀਅਰ ਹੈ ਨਾ ਬਟ ਇੱਥੇ ਵੀ ਆਪਾਂ ਇਨਵੈਸਟ ਕਰਦੇ ਹਾਂ 3 ਸਾਲ ਹੁਣ ਤੇ ਗ੍ਰੈਜੂਏਸ਼ਨ ਵੀ 4 ਸਾਲ ਦੀ ਹੋ ਗਈ ਤੁਹਾਨੂੰ ਪਤਾ ਹੋਈ ਹੈ ਨਾ ਤੇ ਜੇ ਹੁਣ ਦੇਖਿਆ ਜਾਵੇ ਆਪਾਂ ਇੰਨੇ ਸਾਲ ਉਹਨਾਂ ਨੂੰ ਪੈਸੇ ਦਿੰਦੇ ਹਾਂ ਖੁਦ ਕੈਲਕੂਲੇਟ ਕਰ ਲਓ ਵੀ ਆਪਾਂ ਕਿੰਨੀ ਇਨਵੈਸਟਮੈਂਟ ਕਰਦੇ ਹਾਂ ਇੱਥੇ ਹੈ ਨਾ ਸਟਿਲ ਆਪਾਂ ਨੂੰ ਜੌਬ ਕਿੰਨੀ ਮਿਲਦੀ ਹੈ 10000 15000 ਇਸ ਤੋਂ ਉੱਪਰ ਦੀ ਕੋਈ ਜੌਬ ਨਹੀਂ ਮਿਲੂਗੀ ਮਾਈਂਡਸੈਟ ਆਪਣਾ ਕਿੰਨਾ ਜੌਬ ਪੜਾਂਗੇ ਲਿਖਾਂਗੇ ਜੌਬ ਕਰਾਂਗੇ ਠੀਕ ਹੈ ਇੱਥੇ ਵੀ ਚੀਜ਼ ਹੁੰਦੀ ਹੈ ਠੀਕ ਹੈ ਕਹਿੰਦੇ ਕੋਈ ਇਨਵੈਸਟਮੈਂਟ ਨਹੀਂ ਮੇਰੀ ਕੋਲ ਇਨਵੈਸਟਮੈਂਟ ਹੋਣੀ ਹੈ ਕਿਉਂਕਿ ਇਹ ਸਿਰਫ ਗ੍ਰੈਜੂਏਸ਼ਨ ਨਾਲ ਨਹੀਂ ਚੱਲੇਗਾ ਆਪਾਂ ਨੂੰ ਸਕਿੱਲਸ ਲੈਣੀ ਪੈਣੀ ਹੈ ਅੱਜ ਦੇ ਟਾਈਮ 'ਤੇ ਤੁਹਾਨੂੰ ਪਤਾ ਹੈ ਸਕਿੱਲ ਕਿੰਨੀਆਂ ਮੈਟਰ ਕਰਦੀਆਂ ਕਿਉਂਕਿ ਫਰੈਸ਼ਰਸ ਨੂੰ ਕੋਈ ਨਹੀਂ ਰੱਖਦਾ ठीक है स्किल्स मैटर करਦੀਆਂ ਜੋ ਵੀ ਫੀਲਡ ਚਾਹੁੰਦੇ ਉੱਥੇ ਪਹਿਲੇ ਸਕਿੱਲਸ ਪੁੱਛੇ ਜਾਂਦੇ ਤੁਹਾਡੇ ਕਿਹੜੀਆਂ ਸਕਿੱਲਸ ਨੇ ਕਿਹੜੀ ਸਕਿੱਲ ਦੇ ਉੱਤੇ ਤੁਸੀਂ ਵਰਕ ਕੀਤਾ ਠੀਕ ਹੈ ਇਹ ਚੀਜ਼ ਹੋ ਗਈ ਤੇ ਉਸ ਤੋਂ ਬਾਅਦ ਕਹਿੰਦੇ ਇਹਦੇ ਵਿੱਚ ਕੋਈ ਰਿਸਕ ਨਹੀਂ ਹੈਗਾ ਸੌਰੀ ਤੇ ਰਿਸਕ ਨਹੀਂ ਹੈਗਾ ਤੁਸੀਂ ਦੱਸੋ ਰਿਸਕ ਨਹੀਂ ਹੈਗਾ ਆਈ ਥਿੰਕ ਸੋ ਬਹੁਤ ਰਿਸਕ ਠੀਕ ਹੈ ਇਹਦੇ ਵਿੱਚ ਸਿਕਿਉਰਿਟੀ ਨਹੀਂ ਮਿਲਦੀ ਜੇ ਅੱਜ ਮੈਂ ਇੱਥੇ ਕਿਸੇ ਜੌਬ ਦੇ ਉੱਪਰ 10000 ਤੇ ਕੰਮ ਕਰਦੀ ਪਈ ਹਾਂ ਠੀਕ ਹੈ ਉਹਨਾਂ ਕੋਲ ਕੋਈ ਪਰਸਨ ਆ ਗਿਆ ਠੀਕ ਹੈ ਜਿਹੜਾ ਕਹਿੰਦਾ ਆ ਕਿ ਹਾਂਜੀ ਮੈਂ 8000 ਦੇ ਉੱਪਰ ਕੰਮ ਕਰਾਂਗਾ ਤੇ ਮੈਨੂੰ ਜਿਹੜਾ ਜੌਬ ਬਿਜ਼ਨਸਮੈਨ ਆ ਠੀਕ ਹੈ ਜਾਂ ਫਿਰ ਓਨਰ ਕਹਿ ਸਕਦੇ ਆਪਾਂ ਉਹ ਮਤਲਬ ਮੈਨੂੰ ਰੱਖੇਗਾ ਜਾਂ ਉਹ ਪਰਸਨ ਰੱਖੇਗਾ ਓਬਵੀਅਸ ਹੈ ਵੀ ਉਹਦਾ ਇੱਥੇ ਘੱਟ ਘੱਟ ਹੋਇਆ ਹੁਣ ਸੈਲਰੀ ਘੱਟ ਦੇਣੀ ਪੈ ਰਹੀ ਉਹਨੂੰ ਰੱਖੇਗਾ ਮੇਰੀ ਤੇ ਕੋਈ ਸਿਕਿਉਰਿਟੀ ਨਹੀਂ ਹੈਗੀ ਨਾ ਚਾਹੇ ਮੈਨੂੰ ਐਕਸਪੀਰੀਅੰਸ ਆ ਬਟ ਅੱਜ ਦੇ ਟਾਈਮ 'ਤੇ ਕਿੰਨਾ ਡਿਜੀਟਲ ਹੋ ਗਿਆ ਕੰਮ ਮੈਂ ਤੁਹਾਨੂੰ ਇੱਕ ਚੀਜ਼ ਦੱਸਦੀ ਹਾਂ ਜਿਹੜੇ ਬੈਂਕਰ ਸੀ ਨਾ ਲੋਕੀ ਮਤਲਬ ਓਲਡ ਪਰਸਨ ਸੀਗੇ ਜਿਹੜੇ ਨਾ ਜਿਨ੍ਹਾਂ ਦੀ ਏਜ ਹੋ ਗਈ ਸੀਗੀ ਬਟ 2-3 ਸਾਲ ਉਹਨਾਂ ਦੇ ਪੈਂਡਿੰਗ ਸੀਗੇ ਰਿਟਾਇਰ ਹੋਣ ਦੇ ਵਿੱਚ ਠੀਕ ਹੈ ਉਹਨਾਂ ਨੇ ਕੀ ਕੀਤਾ ਸੀ ਮਤਲਬ ਜਦੋਂ AI ਆ ਗਿਆ ਲਾਈਕ ਸਾਰਾ ਕੁਝ ਟ੍ਰਾਂਸਫਰ ਕਰਤਾ ਹੈ ਕੰਪਿਊਟਰ ਦੇ ਵਿੱਚ ਪਹਿਲੇ ਤੇ ਮਤਲਬ ਬੈਂਕ ਸੀ ਜਿਹੜੀਆਂ ਉਹ ਮਤਲਬ ਸਾਰਾ ਡਾਟਾ ਸੀ ਜਿਹੜਾ ਬੁੱਕਸ ਦੇ ਵਿੱਚ ਰੱਖਦੀਆਂ ਸੀ ਠੀਕ ਹੈ ਸਾਰੀਆਂ ਐਂਟਰੀਜ਼ ਵਗੈਰਾ ਉੱਥੇ ਪਾਉਂਦੀਆਂ ਸੀਗੀਆਂ ਲੇਜ਼ਰ ਟੈਸਟ ਸਭ ਉੱਥੇ ਹੁੰਦਾ ਸੀ ਠੀਕ ਹੈ ਬਟ ਸਟਿਲ ਅੱਜ ਦੇ ਟਾਈਮ 'ਚ ਕੀ ਸਾਰਾ ਕੁਝ ਕੰਪਿਊਟਰਾਈਜ਼ ਹੋ ਗਿਆ ਠੀਕ ਹੈ ਜਿਹੜੇ ਉਹ ਪਰਸਨ ਸੀਗੇ ਉਹਨਾਂ ਨੂੰ ਕੰਪਿਊਟਰ ਨਹੀਂ ਆਉਂਦਾ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ ਕੰਪਿਊਟਰ ਸਿੱਖੋ ਠੀਕ ਹੈ ਤੇ ਹੁਣ ਤੁਸੀਂ ਦੱਸੋ ਉਹ ਇੰਨੀ ਏਜ ਦੇ ਵਿੱਚ ठीक है कंप्यूटर सीखेंगे कोई न्यू चीज़ मतलब अपने माइंड में बिठा लेंगे नहीं इसलिए क्योंकि जो पर्सन ओल्ड हो जाते हैं या फिर अपन कोई न्यू चीज़ अपनानी करनी है ना मतलब कि हाँ आप ये चीज़ ले लेंगे बट वो चीज़ बहुत डिफिकल्ट हो जाती है अपने लिए टाइम तो बाद है ना मतलब कोई टाइम होता है सीखना वैसे तो सीखने कोई एज नहीं होती बट बंदे ने मन में होना चाहिए हाँ मैं सीखना है फिर गल हो है बट वो पर्सन ने किया भी सानू रिटायर कर दो पहले ठीक है बट पर असीं सीख नहीं सकते ठीक है उन्होंने फिर न्यू पर्सन की हायरिंग की थी ठीक है ये चीज़ हुई थी क्योंकि आप न्यू चीज़ें नहीं सीख सकते इतने भी ये चीज़ सेम होगी क्योंकि उन्होंने घट पैसे मिल रहा पर्सन ठीक है उनमें स्किल्स भी नहीं थी बाकी गल ये क्योंकि जो आउटसाइड तो मतलब कि कुछ ना अपने बिजनेस के लेके आएगा ना किसी पर्सन एक तो मतलब न्यू आइडिया मिलेगा उन्हें पता लगेगा मार्केट में कंपटीशन किस चीज़ का है है ना बाहरों मतलब पूछते मतलब न्यू चीज़ आ गई है ना तो बाकी पर्सन ये होगा थोड़ा डाउट होगा भी हाँ सामने कदों मर्जी कंपनी दे सकता है ये चीज़ हो गई बाकी कहते हैं फिक्स सैलरी ठीक है ओके ਹੁੰਦੀ ਹੈ ਫਿਕਸ ਸੈਲਰੀ ਬਟ ਸਿਕਿਉਰਿਟੀ ਤੇ ਇੱਥੇ ਵੀ ਹੈ ਨਾ ਤੇ ਇਹਦੇ ਵਿੱਚ ਮਤਲਬ ਕਿ ਕੋਈ ਟਾਈਮ ਨਹੀਂ ਹੁੰਦਾ ਹੈਗਾ ਤੇ ਫੈਮਿਲੀ ਟਾਈਮ ਕਹਿ ਸਕਦੇ ਆਪਾਂ ਠੀਕ ਹੈ ਤੇ ਨਹੀਂ ਹੈਗਾ ਜੇ ਹੁਣ ਆਪਾਂ ਕੀ ਕਰ ਸਕਦੇ ਹਾਂ ਫੈਮਿਲੀ ਟਾਈਮ ਨਹੀਂ ਹੈਗਾ ਨਾ ਕੋਈ ਫਰੀडम ਨਹੀਂ ਹੈਗੀ नो फ्रीडम तो क्या है ना ये प्रॉब्लम्स आती हैं मतलब ये होता है एम्प्लॉय मेरा मेन मोटिव ये चीज़ समझाना भी हाँ जी एम्प्लॉय होंगे है ना ना कि मतलब ये चीज़ दसना मतलब मैं जस्ट अपना पॉइंट ऑफ व्यू डिस्कस किया कि हाँ एक्जैक्टली ये चीज़ की आंदा है की नहीं आंदा ठीक है दैन उस बाद आप गल करते हैं सैल्फ एम्प्लॉय कौन होंगे जिसकी एक छोटी मोटी दुकान होंगी ठीक है अपना बॉस खुद होंगे मन लिया अपना बॉस खुद होंगे बट इतने जो टाइम फ्रीडम तेरे को भी नहीं हैगी टाइम फ्रीडम नो अपनी दुकान ओपन करेगा इन्हें पैसा आएगा ठीक है पैसा आऊगा नहीं ओपन करेगा पैसा नहीं आएगा इन केस यदि फैमिली ने कह रही है कि आप फैमिली ट्रिप पे जाना है मतलब लाइक समर वेकेशन जाएगा कितना भी ठीक है बट ये नहीं जाएगा क्योंकि इन्हें पता है अपनी दुकान खोलेगा पैसा आएगा तो गल करिए इन्वेस्टमेंट की इन्वेस्टमेंट मतलब कि हाई लो ठीक है डिपेंड करती है पर्सन के पर्सन टू पर्सन यूनिक किस तरह की इन्वेस्टमेंट करनी है सैल्फ एम्प्लॉय लाइक आप एग्जांपल ले सकते हैं करियाने की शॉप जो पिंडा छोटी छोटी या फिर छोटे मोटे रिटेलर्स कह सकते हैं कि उन्होंने सैल्फ एम्प्लॉय खुद बॉस खुद होंगे बट डिपेंड करता है जो डेली जाओगे ताकि पैसा आऊगा नहीं पैसा नहीं आऊगा ठीक है उस तो बाद जो कंपटीशन भी बहुत है लाइक कंपटीशन इस तरह मार्केट के मतलब कस्टमर की डिमांड की है कस्टमर डिमांड ठीक है कस्टमर की डिमांड की डिपेंड करेगा ਇਹਦਾ ਕੰਮ ਤਾਂ ਚੱਲੇਗਾ ਜੇ ਉਹਦੀ ਡਿਮਾਂਡ ਦੇ ਅਕੋਰਡਿੰਗ ਚੱਲੇਗਾ ਗਵਰਨਮੈਂਟ ਦੇ ਕੇਸ ਦੇ ਵਿੱਚ ਚੱਲ ਜਾਂਦਾ ਹੈ ਜੋ ਕਸਟਮਰ ਦੀ ਡਿਮਾਂਡ ਨਹੀਂ ਦੇਖਦੀ ਬਟ ਉਹ ਵੈਲਥ ਪ੍ਰੋਵਾਈਡ ਕਰਦੀ ਹੈ ਇੱਥੇ ਇਹਨੇ ਦੇਖਣਾ ਹੈ ਆਪਣਾ ਪ੍ਰੋਫਿਟ ਮੇਰਾ ਪ੍ਰੋਫਿਟ ਕਿਸ ਵਿੱਚ ਹੈ ਨਾ ਇਹ ਪਹਿਲੇ ਕਸਟਮਰ ਦੀ ਡਿਮਾਂਡ ਕਿੰਨੀ ਹੋਗੀ ਹੁਣ ਕਸਟਮਰ ਦੀ ਡਿਮਾਂਡ ਹਾਈ ਹੈ ਲੋ ਹੈ ਉਸ ਅਕੋਰਡਿੰਗ ਇਹਦੀ ਸਪਲਾਈ ਦੀ ਡਿਮਾਂਡ ਕੰਮ ਕਰੇਗੀ ਹੈ ਨਾ ਇਹ ਚੀਜ਼ ਹੁੰਦੀ ਹੈ ਇਹ ਚੀਜ਼ਾਂ ਆਉਂਦੀਆਂ ਇਹਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬਿਜ਼ਨਸ ਦੀ ਇੱਕ ਬਿਜ਼ਨਸਮੈਨ ਕੌਣ ਹੁੰਦਾ ਹੈ ਬਿਜ਼ਨਸਮੈਨ ਹੁੰਦਾ ਇੱਕ ਬॉस ਕੰਮ ਕਰੇ ਨਾ ਕਰੇ ਇਹਨੇ ਹੱਥ ਨਹੀਂ ਕਰਨਾ ਕਿਉਂਕਿ ਇਹਨੇ ਆਪਣੇ ਅੰਦਰ 100+ EMPLOYEਜ਼ ਰੱਖੇ ਹੁੰਦੇ ਆ
ठीक है ਇਹਦੇ ਅੰਦਰ ਇੰਨੇ ਪਰਸਨ ਕੰਮ ਕਰਦੇ ਆ ਜਿੰਨੇ ਦਾ ਕੰਮ ਚੱਲਦਾ ਹੈ ਠੀਕ ਹੈ ਇਹਨੇ ਇੱਕ ਆਪਣਾ ਮਾਈਂਡਸੈਟ ਬਣਾਇਆ ਆ ਆਪਣਾ ਕੋਰਸ ਬਣਾਇਆ ਜਿਹਦੇ ਵਿੱਚ ਸਿਕਿਉਰਿਟੀ ਵੀ ਫੁੱਲ ਹੈ ਠੀਕ ਹੈ ਇਹਨੂੰ ਮਤਲਬ ਕਿ ਇਹਦੇ ਵਿੱਚ ਇਨਵੈਸਟਮੈਂਟ ਕਰਨੀ ਬਹੁਤ ਹਾਈ ਲੈਵਲ ਤੇ ਲੱਗਦੀ ਇਹ ਚੀਜ਼ ਠੀਕ ਹੈ ਹੁਣ ਮੈਂ ਤੁਹਾਨੂੰ ਇੱਕ ਕੰਪਨੀ ਸਮਝਾਉਣੀ ਆ ਇੱਕ ਫੋਨ ਸੀਗਾ ਜੋ ਸੈਮਸੰਗ ਸੀਗਾ ਠੀਕ ਹੈ ਤੁਸੀਂ ਉੱਥੇ ਸੁਣਿਆ ਹੋਵੇਗਾ ਠੀਕ ਹੈ ਜੀਓ ਦਾ ਮੈਂ ਖੁਦ ਜੀਓ ਦਾ ਸਿਮ ਯੂਜ਼ ਕਰਦੀ ਠੀਕ ਹੈ ਜੇ ਹੁਣ ਆਪਾਂ ਗੱਲ ਕਰੀਏ ਇਹਦਾ ਜਿਹੜਾ ਆਈਡੀਆ ਸੀਗਾ ਠੀਕ ਹੈ ਉਹ ਆਇਆ ਸੀਗਾ 2017 ਤੋਂ 18 ਵਿੱਚ ਠੀਕ ਹੈ ਹੁਣ ਜੇ ਦੇਖੀਏ ਮਤਲਬ ਕਿ ਲਾਂਚ ਹੋਇਆ ਸੀ ਇਹਦੇ ਵਿੱਚ ਕਿ ਜੇ ਦੇਖਿਆ ਜਾਵੇ ਇਹਦਾ ਜਿਹੜਾ ਆਈਡੀਆ ਸੀਗਾ ਕਿਤੇ ਉਹਨਾਂ ਨੇ ਇੱਥੇ ਬਣਾਇਆ ਸੀ ਨੋ ਇਹਦਾ ਆਈਡੀਆ ਉਹਨਾਂ ਨੇ ਮਤਲਬ ਕਿ ਜਦੋਂ ਇਹਨੂੰ ਸੋਚਿਆ ਸੀਗਾ ਕਿ ਹਾਂ ਆਪਾਂ ਨੇ ਕਰਨਾ ਆ 2011 ਤੇ 12 ਵਿੱਚ ਠੀਕ ਹੈ 2011 ਵਿੱਚ ਕੀ ਹੋਇਆ ਸੀ ਇਹਨਾਂ ਨੇ ਸੋਚਿਆ ਸੀ ਕਿ ਹਾਂ ਅਸੀਂ ਕੰਮ ਕਰਨਾ ਹੈ ठीक है भी हाँ ये साडा सिम होएगा तो ਅਸੀਂ ਇਹਦੇ ਤੇ ਕੰਮ ਕਰਾਂਗੇ ਤੇ ਦੈਨ ਉਸ ਤੋਂ ਬਾਅਦ ਮਤਲਬ ਕਿ ਉਹਨਾਂ ਨੇ 17-18 ਵਿੱਚ ਲਾਂਚ ਕੀਤਾ ਬਟ ਜੇ ਤੇ ਗੱਲ ਕਰੀਏ ਇਨਵੈਸਟਮੈਂਟ ਉਹਨਾਂ ਨੇ ਕਿੰਨਾ ਕੀਤਾ ਸੀ ਇਨਵੈਸਟਮੈਂਟ ਕੀਤਾ ਸੀ ਉਹਨਾਂ ਨੇ ਪੌਣੇ 2 ਕਰੋੜ ਮਤਲਬ ਕਿ ਉਹਨਾਂ ਨੇ ਇਨਵੈਸਟ ਕੀਤਾ ਸੀ ਠੀਕ ਹੈ ਸੌਰੀ ਪੌਣੇ 2 ਲੱਖ ਕਰੋੜ ਇਨਵੈਸਟ ਕੀਤਾ ਸੀਗਾ ਠੀਕ ਹੈ ਪੌਣੇ 2 ਲੱਖ ਕਰੋੜ ਉਹ ਤੁਹਾਨੂੰ ਪਤਾ ਹੋਇਆ ਕਿੰਨੀ ਵੱਡੀ ਅਮਾਉਂਟ ਹੁੰਦੀ ਹੈ ਬਟ ਇਹ ਇਨਵੈਸਟਮੈਂਟ ਉਹਨਾਂ ਨੇ ਕਿਸੇ ਲੋਨ ਲੈ ਕੇ ਕੀਤੀ ਠੀਕ ਹੈ ਬਟ ਹੁਣ ਜੇ ਗੱਲ ਕਰੀਏ ਜਾਵੇ ਆਪਣੀ ਫੈਮਿਲੀ ਆਪਾਂ ਨੂੰ ਲੋਨ ਲੈ ਕੇ ਦੇ ਦੇਗੀ ਜਾਂ ਆਪਾਂ ਕਹੀਏ ਵੀ ਸਾਡੇ ਵੱਡਾ ਕੰਸੈਪਟ ਹੈ ਠੀਕ ਹੈ ਇਹ ਸਾਡਾ ਪਲਾਨ ਹੈ ਤੇ ਵੀ ਸਾਨੂੰ ਇਹਦੇ ਲਈ ਇੰਨੀ ਇਨਵੈਸਟਮੈਂਟ ਚਾਹੀਦੀ ਤੇ ਆਪਣੀ ਫੈਮਿਲੀ ਆਪਾਂ ਨੂੰ ਉਹ ਚੀਜ਼ ਤੇ ਪੈਸਾ ਦੇਵੇਗੀ ਇੰਪੋਸੀਬਲ ਠੀਕ ਹੈ ਕਿਉਂਕਿ ਆਪਾਂ ਜਾਣਦੇ ਹਾਂ ਇਦਾਂ ਦੀਆਂ ਫੈਮਿਲੀਜ਼ ਨੂੰ ਦਿੱਤੇ ਸਮਝਾਉਣਾ ਬਹੁਤ ਔਖਾ ਹੋ ਜਾਂਦਾ ਹੈ ਨਾ ਬੁੱਕ ਤੋਂ ਤੁਸੀਂ ਮੇਰੀ ਗੱਲ ਤੇ ਐਗਰੀ ਹੋਵੋਗੇ ਤੇ ਦੇਖੋ ਉਹਨਾਂ ਨੇ ਲੋਨ ਲਿਆ ਹੁਣ ਆਪਾਂ ਆ ਕੇ ਲੋਨ ਲੈ ਸਕਦੇ ਠੀਕ ਹੈ ਉਹਨਾਂ ਨੇ 2 ਲੱਖ ਕਰੋੜ ਲੋਨ ਲੈ ਕੇ ਕੰਮ ਕਰ ਲਿਆ ਤੇ ਬਟ ਜੇ ਦੇਖਿਆ ਜਾਵੇ ਨਾ ਇਹਨਾਂ ਨੇ ਮਤਲਬ ਆਪਣਾ ਆਈਡੀਆ ਕਿਵੇਂ ਕੀਤਾ ਸੀਗਾ 1.5 ਸਾਲ ਦੇ ਲਈ ਨਾ ਇਹਨਾਂ ਨੇ ਮਤਲਬ ਜਿਹੜਾ ਸਿਮ ਸੀਗਾ ਫ੍ਰੀ ਆਫ ਕਾਸਟ ਦਿੱਤਾ ਸੀ ਤੇ ਇੰਡੀਆ ਦੀ ਪੋਪੂਲੇਸ਼ਨ ਕੁਝ ਇਦਾਂ ਦੀ ਆ ਗਈ ਕਿ ਮਤਲਬ ਜੋ ਚੀਜ਼ ਫ੍ਰੀ ਮਿਲਦੀ ਆ ਨਾ ਉਹਨੂੰ ਭੱਜ ਕੇ ਲੈਂਦੇ ਆ ਤੇ ਇਹਨਾਂ ਨੇ ਕੀ ਕੀਤਾ 4000 ਕਰੋੜ ਜਿਹੜੇ ਪਰਸਨ ਸੀ ਨਾ ਆਪਣੇ ਏਰੀਆ 'ਚ ਆਪਣੇ ਉਹਦੇ 'ਚ ਲੈ ਲਏ ਵੀ ਹਾਂ ਇਹ ਸਾਡੇ ਸਿਮ ਨੂੰ ਯੂਜ਼ ਕਰਦੇ ਆ वैसे तो एयरटेल वाले ने भी अपना कोई स्कूल वगैरह बनाया हुआ आई थिंक सो ठीक है जितने वो अपनी फ्री एजुकेशन प्रोवाइड करते हैं ना बट उत्थे भी तो किसी थ्रू पैसा कमाते हैं ना मतलब एक बिजनेस माइंडसेट सीगा पता लगा जियो फोन ਇਹਦੇ ਵਿੱਚ ਕੀ ਹੁੰਦਾ ਉਹਨਾਂ ਨੇ 4000 ਯੂਜ਼ਰ ਬਣਾ ਲਿਆ ਆਪਾਂ ਸਭ ਤੋਂ ਛੋਟਾ ਸਿਮ ਮਤਲਬ ਕਿ ਰੀਚਾਰਜ ਲੈ ਕੇ ਚੱਲਦੇ ਠੀਕ ਹੈ ਮਤਲਬ ਕਿ ਵੀ 100 ਰੁਪਏ ਦਾ ਰੀਚਾਰਜ ਹੈ ਵੈਸੇ ਆਈ ਥਿੰਕ ਸੋ ਹੁੰਦਾ ਨਹੀਂ ਜੇ ਹੁੰਦਾ ਹੈ ਲਾਈਕ ਮਤਲਬ ਕਿ ਸਿਰਫ ਡਾਟਾ ਦਾ ਹੋਏਗਾ ਠੀਕ ਹੈ ਵੈਲਿਡਿਟੀ ਨਹੀਂ ਹੁੰਦੀ ਉਹਦੇ ਵਿੱਚ ਤੇ ਹੁਣ ਇਹ ਚੀਜ਼ ਨਾਰਮਲ ਹੈ ਵੀ ਅੱਜ ਟਾਈਮ ਤੇ ਮੋਸਟ ਆਫ ਘਰਾਂ ਦੇ ਵਿੱਚ ਇਹ ਵਾਈਫਾਈ ਹੈ ਠੀਕ ਹੈ ਪਰ ਵੈਲਿਡਿਟੀ ਨਹੀਂ ਮਿਲਦੀ ਆ ਚਲੋ ਫਿਰ ਵੀ ਗੱਲ ਕਰਦੇ ਹਾਂ ਸਭ ਤੋਂ ਛੋਟਾ ਰੀਚਾਰਜ ਠੀਕ ਹੈ ਵੀ ਕਿੰਨੇ ਪੈਸੇ ਮਾਰਦਾ ਠੀਕ ਹੈ ਆਪਾਂ ਦੇਖਾਂਗੇ 4000 ਕਰੋੜ ਨੂੰ ਮਲਟੀਪਲਾਈ ਕਰਕੇ ਠੀਕ ਹੈ 4000 ਕਰੋੜ ਰੁਪਈਆ ਕਮਾਵੇਗਾ ਉਹ ਕਾਦੇ ਤੋਂ ਸਿਰਫ ਇੱਕ ਮੰਥ ਦੇ ਵਿੱਚ ਠੀਕ ਹੈ 1 ਮੰਥ ਦਾ ਚੀਜ਼ ਹੈ 1 ਮੰਥ ਦੀ ਟਰਨਓਵਰ ਕਿੰਨੀ ਹੋਏਗੀ ਉਹਦੀ 4000 ਕਰੋੜ ਹੋਗੀ सिर्फ 100 रुपए रिचार्ज देना हम जो नहीं भी दिंदा पर्सन नहीं मर्जी दिंदा कुछ हो जाता है इनकेस की होगा मतलब कि पैसे नहीं देने आप रिचार्ज करते रहना जिंदगी भर ना आप तो आज रिचार्ज देने का सब देगा इधर नहीं होता सब हर कोई टाइम टाइम रिचार्ज करता है ना ठीक है डन आप करते हैं हम रिचार्ज भी करने उधर करके पैसा जाएगा कुछ भी नहीं ठीक है तो मतलब कि जो अपन जो 1 साल की गल करिए ठीक है की होगा आप मल्टीप्लाई करांगे ठीक है मतलब कि जिन्ने भी पर्सन है ठीक है 4000 करोड़ से वो की करेगा 48,000 करोड़ रुपया अर्न करेगा 1 साल ਦੇ ਵਿੱਚ 50,000 तक ਦੀ अर्निंग हो जाएगी ठीक है एक ही होया हाई इन्वेस्टमेंट हो गई एक तरह की ठीक है लॉन्ग टर्म विजन के लिए हाई इन्वेस्टमेंट करिए ਉਹਦਾ ਵਿਜ਼ਨ ਤੇ ਬਹੁਤ ਵੱਡਾ ਹੈ ਨਾ ਸਿਕਿਉਰਿਟੀ ਪਰਪਸ ਵੀ ਆ ਉਹਦੇ ਬੱਚਿਆਂ ਦਾ ਪੈਸਾ ਕੰਮ ਹੀ ਕਰੀਏ ਨਾ ਤੇ ਇਹ ਹੁੰਦਾ ਹੈ ਇੱਕ ਬਿਜ਼ਨਸਮੈਨ ਦਾ ਮਾਈਂਡਸੈਟ ਠੀਕ ਹੈ ਬਟ ਇਨਵੈਸਟਮੈਂਟ ਅਗਰ ਬਹੁਤ ਲੱਗਦੀ ਹੈ ਰਿਸਕ ਨਹੀਂ ਹੁੰਦਾ ਹੈਗਾ ਠੀਕ ਹੈ ਕੋਈ ਰਿਸਕ ਨਹੀਂ ਹੁੰਦਾ ਇਹਦੇ ਵਿੱਚ ਠੀਕ ਹੈ ਵਿਦਾਊਟ ਰਿਸਕ ਕੰਮ ਕਰ ਸਕਦੇ ਆ ਸਟਾਰਟਿੰਗ ਵਿੱਚ ਮਤਲਬ ਬਸ ਬੰਦੇ ਦਾ ਮਾਈਂਡਸੈਟ ਤੇ ਗੱਲ ਕਰਦੀ ਆ ਵੀ ਹਾਂ ਉਹਦਾ ਮਾਈਂਡਸੈਟ ਕੀ ਕਹਿ ਰਿਹਾ ਪਰ ਗੱਲ ਤੇ ਮੇਰੇ ਕਹਿਣਾ ਮਤਲਬ ਇਨਵੈਸਟ ਕਰਨ ਲਈ ਪੈਸੇ ਨਹੀਂ ਹੈ ਫਸਟ ਦੈਨ ਗੱਲ ਆਉਂਦੀ ਆ ਇਨਵੈਸਟਰਸ ਕੌਣ ਹੁੰਦੇ ਨੇ ਜਿਹੜੇ ਸ਼ੇਅਰ ਮਾਰਕੀਟ ਦੇ ਵਿੱਚ ਕੰਮ ਕਰਦੇ ਆ ਠੀਕ ਹੈ ਦੈਨ ਜਾਂ ਫਿਰ ਮਤਲਬ ਕਿ ਗੋਲਡ ਕੀ ਕਰਦੇ ਨੇ ਪਰਸਨ ਗੋਲਡ ਲੈ ਲੈਂਦੇ ਆ ਸ਼ੇਅਰ ਮਾਰਕੀਟ ਇਨਵੈਸਟ ਕਰ ਦਿੰਦੇ ਆ ਠੀਕ ਹੈ ਜਾਂ ਫਿਰ ਮਤਲਬ ਕਿ ਜਿਹੜੀ ਲੈਂਡ ਆ ਨਾ ਉਹ ਲੈ ਕੇ ਰੱਖ ਦਿੰਦੇ ਆ ਆਪਣੇ ਘਰ ਪਾ ਕੇ ਰੱਖ ਦਿੰਦੇ ਨੇ ਕੁਝ ਜਾਂ ਫਿਰ ਮਤਲਬ ਕਿ ਜ਼ਮੀਨ ਲੈ ਕੇ ਰੱਖ ਦਿੰਦੇ ਨੇ ਮਤਲਬ ਉਹਨੂੰ ਟਿੱਕੇ ਦੇ ਦਿੰਦੇ ਨੇ ਮਾਰਕੀਟ ਆਉਂਦੇ ਹਨ ਸਾਲ ਬਾਅਦ ਜੋ ਵੀ ਹੁੰਦਾ ਹੈ ਤੇ ਮਤਲਬ ਇਦਾਂ ਹੁੰਦਾ ਹੈ ਤੇ ਮਤਲਬ ਇਨਵੈਸਟਰ ਜਿਨ੍ਹਾਂ ਕੋਲ ਆਲਰੇਡੀ ਪੈਸਾ ਹੁੰਦਾ ਹੈ ਮਾਰਕੀਟ ਪੈਸਾ ਲਗਾ ਦਿੰਦੇ ਆ ਬਹੁਤ ਲਾਰਜ ਲੈਵਲ ਤੇ ਲਗਾਉਂਦੇ ਨੇ ਠੀਕ ਹੈ ਵੱਡੇ ਵੱਡੇ ਲੈਵਲ ਤੇ ਮਤਲਬ ਬਹੁਤ ਜ਼ਿਆਦਾ ਪੈਸਾ ਲਗਾਉਂਦੇ ਨੇ ਜੋ ਆਪਣੇ ਹੈ ਠੀਕ ਹੈ ਇਹ ਪ੍ਰੋਬਲਮ ਹੁੰਦੀ ਹੈ ਹੁੰਦੇ ਨੇ ਇਨਵੈਸਟਰਸ ਦੈਨ ਉਹਦੇ ਬਾਅਦ ਹੁੰਦੇ ਨੇ ਤੁਹਾਨੂੰ ਗੱਲ ਦੱਸਾਂ ਮਤਲਬ ਕਿ ਜਿਹੜੇ EMPLOYEES ਹੁੰਦੇ ਨੇ ਤੇ ਨਾ ਸੈਲਫ ਇੰਪਲੋਇਡ ਹੁੰਦੇ ਨੇ ਇਹਨਾਂ ਦਾ ਹਾਲ ਕੁਝ ਇਦਾਂ ਦਾ ਹੋਇਆ ਹੈ ਲਾਈਕ ਨਾ ਇੱਕ ਰੋਟੀ ਉਹਦੇ 100 ਪੀਸਿਸ ਕਰਦੇ ਨੇ ਤੇ ਹਨਾ ਮਤਲਬ ਕਿ 100% ਨੂੰ ਦੇਣੀਆਂ ਠੀਕ ਹੈ तो people जिन्होंने अपने देनी होगी रोटी ये तो सिर्फ सोचोगे कितने सारे मतलब कि रोटियां के कितने सारे पार्ट डिवाइड होगी ना एक रोटी नहीं की ना मतलब 100 बंदे किस तरह की मतलब गल मतलब इदी हुई रोटी नहीं हो रही है गल हो रही है कि पर्सन मतलब कि पर्सन की सैलरी पैसे की पैसे जो फिक्स सैलरी मिलती है ना वो फिक्स सैलरी जी मिलती है ना वो गल हो रही है कि वो इन्ने सारे लोगों किस तरह डिवाइड हो किस तरह उन्होंने चल रहा है गुजारा है ना तो फिर आप कह सकते हैं एक डेली ਤੁਹਾਡੇ ਘਰ ਆਉਂਦਾ ਆ ठीक है तुम ਉਹਨੂੰ ਇੱਕ ਰੋਟੀ ਦੇ ਦਿੰਦੇ ਹੋਗੇ ਠੀਕ ਹੈ ਦੈਨ ਮਤਲਬ ਕਿ ਉਹ ਡੇਲੀ ਆਉਂਦਾ ਹੈ ਰਾਤ ਨੂੰ ਰੋਟੀ ਖਾਂਦਾ ਹੈ ਤੇ ਚੱਲ ਜਾਂਦਾ ਹੈ ਇਹਦੇ ਨਾਲ ਮਤਲਬ ਕਿ ਉਹਦਾ ਗੁਜ਼ਾਰਾ ਨਹੀਂ ਹੋ ਰਿਹਾ ਹੈ ਨਾ ਸਿਰਫ ਉਹ ਮਤਲਬ ਕਿ ਇੱਕ ਰਾਤ ਰੱਖ ਲੈਂਦਾ ਹੈ ਸਰਵਾਈਵ ਕਰਨ ਜੋਗਾ ਹੋ ਜਾਂਦਾ ਬਟ ਉਹਦੀ ਭੁੱਖ ਨਹੀਂ ਮਿਟ ਰਹੀ ਹੈ ਨਾ ਇੱਕ ਰੋਟੀ ਆਪਣਾ ਸਰ ਜਾਏਗਾ नहीं ना तो यही चीज़ आ गई मतलब आपको जिन्ना मिल रहा है आप अपने नीड्स ने चाहिए ना वो फुलफिल कर देंगे सिर्फ नीड्स अपनी वांट्स की नहीं अपनी डिजायर्स की नहीं आपको नहीं पता क्यों आप अपने सुपने मार देते हैं आप एक कॉम्प्रोमाइजिंग लाइफ जी रहे हैं ये जाके एम्प्लॉयड एंड सेल्फ एम्प्लॉय सेक्टर में जाके ये चीज़ हो गई ना जो पर्सन होंगे ने 95% जो पर्सन इस कैटेगरी से जाते हैं ठीक है अपनी सोसाइटी चेक कर सकते हो सोसाइटी कितने पर्सन ये फील्ड ठीक है इन्होंने पैदा करना 5% होता है सिर्फ अपनी नीड्स फुलफिल करने लाइक ला लो आज के टाइम 5000 की शर्ट भी आती है 500 भी आती है 200 भी आती है ठीक है इतना सेम सूट्स देते गर्ल्स लेडी के टॉप्स देते बट स्टिल आप करते हैं सिर्फ अपनी मतलब नीड्स पूरी करते हैं ठीक है सिर्फ उन्होंने खरीदते करने की अपनी लोड़ बट ड्रीम्स तो सब दिन देना फ्रेंड हाँ जी मैं आ लेना है मैगी ज्वेलरी लेनी है ना मतलब परफ्यूम महंगा लेना है ना बट स्टिल आप ऐसा ही है नहीं आप इतने मतलब कॉम्प्रोमाइज कर रहे हैं अपने अपना ठीक है सेम चीज़ मैं तुम दसा हम बिजनेसमैन इन्वेस्टर करना कोई पैसा होंगे इन्वेस्ट करते कितना करके ना ये मतलब अपनी सोसाइटी देखने बहुत लोग मिलते ठीक है ये मतलब कि 5% लोग आते हैं बट उन्होंने पैसा कितना होंगे 95% एक बिजनेसमैन की लाइफ तो पता है कितना क्योंकि इन्वेस्टर को ऑलरेडी पैसा आएगा वो लाइफ चेक कर सकते हैं ना तो मतलब कि मेन मोटिव भी अपना पैसा कमाना है ठीक है बट मतलब वेल्थ जी ना वो एक मतलब कि सिर्फ अपनी नीड्स पूरे करने नहीं है अपने कुछ ड्रीम होंगे उन्होंने फुलफिल करना होंगे अपने ना वो चीज़ उत्ते मैटर करती है ना बट हम अपना माइंडसैट कितना है ये सिर्फ वो थ्रू ही आप इंप्रूव कर सकते हैं तुम डिसाइड करना है कॉम्प्रोमाइजिंग लाइफ मतलब स्पेंड करनी है या फिर मतलब कि है ना वधिया लग्जरी लाइफ मतलब चूज कर रहे हो ना हम आपने सिखाया की जाता है ग्रेजुएशन के बाद प्लस के बाद अपन की सिखाया जाता है कि अपने पढ़ना लिखना दन अपने की करनी है जॉब करनी है एक एम्प्लॉय बनना है बट स्टिल आप कभी सोचो ना भी आप बिजनेसमैन भी बन सकते हो है ना ये चीज़ होंगी सिर्फ माइंडसैट की गेम है तो मैं सजेस्ट करूँगी तुम ये बुक्स जरूर रीड आउट करो 21st सेंचुरी रीड आउट करो गन तो पता लगेगा कि हाँ मार्केट एक्जैक्टली हो ही रहा है
एंड ਜਿਹੜੀਆਂ ਇਹ ਦੋਨੋਂ ਕੈਟਾਗਰੀਜ਼ ਨੇ ਨਾ ਇਹ ਆਉਂਦੀਆਂ ਨੇ ਐਕਟਿਵ ਇਨਕਮ ਚ ਦੇਖੋ पहली गल तो इनकम की होंगी है इनकम मतलब उस होंगे जी फिक्स नहीं होंगी फ्लक्चुएट होंगी ठीक है मतलब कि एक सैलरी होंगी ना फिक्स होंगी बट जी इनकम होंगी ना फिक्स नहीं होंगी फ्लक्चुएट होंगी ठीक है लाइक एक बिजनेसमैन आ जो वो इनकम आ जी हमेशा ही डिपेंड करेगी वो काम के उत्ते भी लाइक वो मशीनरी के फिक्स एसेट के फिर है ना कितना खर्च कर रहा है ना वो डिपेंड करता है तो इदा ही होंगे एक्टिव इनकम एक होंगी पैसिव इनकम ਹੁਣ मैं थोड़ा जिहा दस देवां जी एक्टिव इनकम होंगी इदा की मतलब होंगे पैसे कमाते रहना ठीक है लाइक पूरी जिंदगी देखो अपने पेरेंट्स कितना टाइम पैसा कमाने ना ये डिपेंड करता है अपने ऊपर एक बच्चे के ऊपर डिपेंड करता है भी ਉਹਦੇ ਕਰਦੇ ਉਹਦੇ ਡੈਡੀ ਨੇ ਜਿਹੜੇ ਕਿੰਨੀ ਏਜ ਤੱਕ ਪੈਸਾ ਕਮਾਉਣਗੇ ਬਟ ਹੁਣ ਆਪਾਂ ਫਸੇ ਹੋਏ ਆ ਜੌਬ ਤੇ ਸੈਟ ਐਮਪਲੋਇਡ ਦੇ ਵਿੱਚ ਠੀਕ ਹੈ ਇਹ ਕੈਟਾਗਰੀ ਫਸੇ ਆ ਕਿ ਆਪਾਂ ਸਾਰੀ ਜ਼ਿੰਦਗੀ ਪੈਸਾ ਕਮਾਉਂਦੇ ਰਹਾਂਗੇ ਹੁਣ ਆਪਣੇ ਕੋਲ ਇਹ ਤਾਂ ਹੋਇਆ ਨਹੀਂ ਰੱਬ ਉੱਪਰੋਂ ਛੱਡ ਦੇਗਾ ਆਪਣੇ ਲਈ ਪੈਸਾ ਹਨਾ ਇਦਾਂ ਨਹੀਂ ਹੁੰਦਾ ਇੰਡੀ ਐਕਟਿਵ ਇਨਕਮ ਠੀਕ ਹੈ ਫਿਕਸਡ ਹੁੰਦੀ ਆ ਐਕਟਿਵ ਹੁੰਦੀ ਹੈ ਪੈਸੇ ਕਮਾਉਂਦੇ ਰਹਿੰਦੇ ਆਪਾਂ ਜ਼ਿੰਦਗੀ ਭਰ ਹੁਣ ਜਿਹੜੀ ਪੈਸਿਵ ਇਨਕਮ ਹੁੰਦੀ ਆ ਇਹਦਾ ਮਤਲਬ ਹੁੰਦਾ ਹੈ ਪੈਸਾ ਕਮਾਉਣਾ ਠੀਕ ਹੈ ਪੈਸੇ ਨੂੰ ਕਮਾਉਣਾ ਸਿਰਫ ਪੈਸਾ ਕਮਾਉਣਾ ਪ੍ਰੋਫਿਟ ਇਹਨਾਂ ਨੂੰ ਸਿਰਫ ਪਤਾ ਹੈ ਪ੍ਰੋਫਿਟ ਹੁਣ ਜਿਹੜਾ ਇਨਵੈਸਟਰ ਆ ਉੱਥੇ ਇਨਵੈਸਟ ਕਰੇਗਾ ਨਾ ਜਿੱਥੇ ਉਹਨੂੰ ਪਤਾ ਹੈ ਵੀ ਹਾਂ ਇੱਥੇ ਮੇਰੇ ਸ਼ੇਅਰਸ ਨੇ ਜਿਹੜੇ ਹਮੇਸ਼ਾ ਹੀ ਹਾਈ ਰਹਿਣਗੇ ਉਹਨੂੰ ਪਤਾ ਹੈ ਵੀ ਜਿਹੜੀ ਮੈਂ ਲੈਂਡ ਲਈ ਆ ਉਹਦੀ ਪ੍ਰਾਈਸ ਇਨ ਫਿਊਚਰ 4 ਸਾਲ ਬਾਅਦ 5 ਸਾਲ ਬਾਅਦ ਇੰਕਰੀਜ਼ ਹੋਣਗੇ ਹੈ ਨਾ ਹੁਣ ਜੇ ਉਹ ਸੋਚ ਲਵੇ ਮੇਰੇ ਪ੍ਰਾਈਸ ਜਿਹੜੇ ਇੰਕਰੀਜ਼ ਹੋ ਜਾਣਗੇ ਉੱਥੇ ਉਦਾਂ ਹੀ ਲੈਂਡ ਹੋਣਾ ਲਵੇਗਾ ਉਹ ਲਵੇਗਾ ਰੋਡ ਦੇ ਉੱਪਰ ਠੀਕ ਹੈ ਜਾਂ ਫਿਰ ਜਿਹਨੂੰ ਪਤਾ ਹੈ ਵੀ ਹਾਂ ਮਾਰਕੀਟ ਦੇ ਵਿੱਚ ਜਿਹੜੀ ਗੁੱਡਵਿਲ ਬਹੁਤ ਜ਼ਿਆਦਾ ਹੈ ਨਾ ਉਹ ਉੱਥੇ ਜਾਏਗਾ ਜਿੱਥੇ ਕੰਪੀਟੀਸ਼ਨ ਵੀ ਹੈ ਬਟ ਉਹਦੀ ਗੁੱਡਵਿਲ ਹੋਵੇਗੀ ਉਹਨੂੰ ਪਤਾ ਹੋਵੇਗਾ ਠੀਕ ਹੈ ਜਿਹੜਾ ਬਿਜ਼ਨਸਮੈਨ ਹੈ ਉਹ ਇਦਾਂ ਦੇ ਕੰਮ ਕਰੇਗਾ ਨਾ ਜਿੱਥੇ ਹਾਂ ਉਹਨੂੰ ਪਤਾ ਹੈ ਲਾਈਫ ਟਾਈਮ ਅਰਨ ਕਰ ਪਾਏਗਾ ਤੇ ਲਾਈਕ ਜਿਵੇਂ ਮੈਂ ਤੁਹਾਨੂੰ ਜੀਓ ਦੀ ਐਗਜ਼ਾਮਪਲ ਦਿੱਤੀ ਹੈ ਨਾ ਕਿ ਮੈਨੂੰ ਉਹਨੂੰ ਪਤਾ ਹੈ ਉਹਦੀ ਸਿਕਿਉਰਿਟੀ ਕਿੰਨੀ ਜ਼ਿਆਦਾ ਹੈ ਨਾ ਇਹ ਹੁੰਦਾ ਹੈ ਪੈਸੇ ਕਮਾਉਣਾ ਸਿਰਫ ਇੱਕ ਮਾਈਂਡਸੈਟ ਦੇ ਨਾਲ ਠੀਕ ਹੈ ਜੀ ਆਪਾਂ ਕਰਨਾ ਕੀ ਚਾਹੀਦਾ ਜੀ ਥੈਂਕ ਯੂ ਮੇਰੇ ਵੱਲੋਂ ਇੰਨਾ ਹੀ